ਲੇਬਰ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਤੇ ਇਸ ਵਾਰ ਜਿਹੜਾ ਹੈ ਪੰਜਾਬੀ ਨੌਜਵਾਨ ਜਿਹੜੇ ਨੇ ਖੇਤਾਂ 'ਚ ਉਤਰ ਕੇ ਝੋਨਾ ਲਾ ਰਹੇ ਨੇ। ਲੇਕਿਨ ਅੱਜ ਯੂਥ ਅਕਾਲੀ ਦਲ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ ਜਿੱਥੇ ਕਿ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਜਾ ਰਹੀਆਂ। ਪਹਿਲੀ ਵਾਰ ਇੱਦਾਂ ਹੋ ਰਿਹਾ ਹੈ ਕਿ ਜਦੋਂ ਯੂਥ ਅਕਾਲੀ ਦਲ ਵੱਲੋਂ ਇਹ ਪ੍ਰਯਾਸ ਕੀਤਾ ਗਿਆ ਹੈ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਵੀ ਆਖਿਆ ਗਿਆ ਸੀ ਕਿ ਲੋਕ ਜਿਹੜਾ ਮਸ਼ੀਨਾਂ ਦੇ ਨਾਲ ਝੋਨਾ ਲਾਉਣ, ਲੇਕਿਨ ਬਿਆਨਬਾਜ਼ੀ ਤੱਕ ਰਿਹਾ, ਲੇਕਿਨ ਉਦੋਂ ਜ਼ਮੀਨੀ ਹਕੀਕਤ ਜਿਹੜੀ ਹੈ ਯੂਥ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਤੁਹਾਨੂੰ ਮਸ਼ੀਨ ਵੀ ਪਹਿਲੇ ਦਿਖਾਉਣਾ ਚਾਹਾਂਗੇ ਕਿ ਜਿਹੜੀ ਮਸ਼ੀਨ ਉਹਨਾਂ ਵੱਲੋਂ ਦਿੱਤੀ ਗਈ ਹੈ ਤੇ ਨਾਲ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਸਰ ਕਾਰਨ ਕੀ ਸੀ, ਮਸ਼ੀਨਾਂ ਦੇਣ ਦਾ ਮਕਸਦ ਕੀ ਸੀਗਾ ਜੀ? ਸੁਮਿਤ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ। ਤੁਸੀਂ ਇਹ ਜਿਹੜੀ ਯੂਥ ਅਕਾਲੀ ਦਲ ਨੇ ਪਹਿਲ ਕਦਮੀ ਕੀਤੀ ਹੈ, ਤੁਸੀਂ ਵੀ ਇੱਕ ਨੌਜਵਾਨ ਹੋ, ਤੁਸੀਂ ਵੀ ਇਸ ਗੱਲ ਨੂੰ ਅਪਰੀਸ਼ੀਏਟ ਕੀਤਾ। ਇੱਥੇ ਸਾਨੂੰ ਪਤਾ ਲੱਗਿਆ ਸੀ ਰਾਣੀਕੇ ਸਾਹਿਬ ਦੇ ਹਲਕੇ 'ਚ ਅਟਾਰੀ 'ਚ ਲਾਲੀ ਰਾਣੀਕੇ ਜੀ ਹੋਰਾਂ ਦੇ ਸਾਥੀ ਆਏ ਨੌਜਵਾਨ ਸਾਰੇ, ਜਦੋਂ ਲੇਬਰ ਦੀ ਸ਼ਾਰਟੇਜ ਆਈ ਤਾਂ ਇਹਨਾਂ ਨੇ ਆਪਦੇ ਹੱਥੀਂ ਝੋਨਾ ਲਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ, ਉਦਮ ਕੀਤਾ, ਵਧੀਆ ਕੰਮ ਕੀਤਾ। ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ, ਤੁਹਾਡੇ ਅਖਬਾਰ ਦੇ ਵਿੱਚ ਵੀ ਮੈਂ ਦੇਖਿਆ। ਸੋ ਮੈਨੂੰ ਵੀ ਇਹ ਲੱਗਿਆ ਕਿ ਇਹ ਮੁੰਡਿਆਂ ਨੇ ਬੜੀ ਸੋਹਣੀ ਪਹਿਲ ਕਦਮੀ ਕੀਤੀ ਹੈ, ਬੜੀ ਸੋਹਣੀ ਮਿਸਾਲ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ। ਤਾਂ ਅਸੀਂ ਆਪਦਾ ਕੋਈ ਨਾ ਕੋਈ ਯੋਗਦਾਨ ਇਹਨਾਂ ਦੇ ਵਿੱਚ ਪਾਈਏ। ਕਿਉਂਕਿ ਝੋਨੇ ਦੀ ਲਵਾਈ ਦੀ ਗੱਲ ਸੀ ਤਾਂ ਮੈਂ ਸੋਚਿਆ ਕਿ ਅਗਾਂਹ ਵੀ ਇਹ ਟੈਕਨੋਲੋਜੀ ਆ ਰਹੀ ਹੈ ਡਾਇਰੈਕਟ ਸੋਇੰਗ ਦੀ, ਜਿਹਦੇ ਨਾਲ ਪੰਜਾਬ ਦੇ ਵਿੱਚ ਪਾਣੀ ਦੀ ਵੀ ਬਚਤ ਹੋਣੀ ਹੈ ਤੇ ਉਹਦੇ ਵਿੱਚ ਕਿਸਾਨ ਦਾ ਵੀ ਫਾਇਦਾ ਹੈ ਕਿਉਂਕਿ ਉਹਦੇ 'ਚ ਖਰਚ ਘੱਟ ਆਉਂਦਾ। ਸੋ ਅਸੀਂ ਆਪਦੇ ਵੱਲੋਂ ਯੂਥ ਅਕਾਲੀ ਦਲ ਵੱਲੋਂ ਇੱਕ ਮੁਹਿੰਮ ਚਲਾਈ ਹੈ, ਨੌਜਵਾਨ ਕਿਸਾਨ ਪੰਜਾਬ ਦਾ ਮਾਣ, ਕਿਉਂਕਿ ਇਹ ਸਾਰੇ ਨੌਜਵਾਨ ਹੈ। ਸੋ ਅੱਜ ਇੱਕ DSR ਮਸ਼ੀਨ ਇਸ ਮੁਹਿੰਮ ਦੇ ਤਹਿਤ ਅਸੀਂ ਇਹਨਾਂ ਨੂੰ ਦੇਣ ਜਾ ਰਹੇ ਹਾਂ। ਸਰ ਪਰ ਸਰਕਾਰ ਨੇ ਵੀ ਕਿਹਾ ਹੈ ਲੇਕਿਨ ਜ਼ਮੀਨੀ ਪੱਧਰ ਤੇ ਨਹੀਂ ਉਤਰ ਪਾਈ। ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਹੋ, ਮੈਂ ਪਹਿਲਾਂ ਵੀ ਇਹ ਗੱਲ ਕਹੀ। ਸਰਕਾਰ ਨੇ, ਕਾਂਗਰਸ ਪਾਰਟੀ ਨੇ ਤਾਂ 3.5 ਸਾਲ ਪਹਿਲਾਂ ਸਰਕਾਰ ਬਣਾਉਣ ਵੇਲੇ ਬਹੁਤ ਕੁਝ ਕਿਹਾ ਸੀ। ਮਸ਼ੀਨ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਮਸ਼ੀਨਾਂ ਲਾਈਆਂ ਜਾਂ, ਪਰ ਮਸ਼ੀਨਾਂ ਕਿੱਥੋਂ ਆਣ? ਮੈਂ ਉਹੀ ਗੱਲ ਕਰ ਰਿਹਾ ਜੀ, ਇਹਨਾਂ ਦਾ ਪੁਰਾਣਾ ਟਰੈਕ ਰਿਕਾਰਡ ਹੈ। ਇਹ ਕਹਿਣ ਦੇ ਵਿੱਚ ਯਕੀਨ ਰੱਖਦੇ ਆ, ਕਰਨ ਦੇ ਵਿੱਚ ਯਕੀਨ ਨਹੀਂ ਰੱਖਦੇ। ਇਹਨਾਂ ਦੀ ਕਹਿਣੀ ਤੇ ਕਥਨੀ 'ਚ ਬੜਾ ਫਰਕ ਹੈ। 3.5 ਸਾਲ ਪਹਿਲਾਂ ਜੋ ਵਾਅਦੇ ਕੀਤੇ ਸੀ ਉਹ ਅੱਜ ਤੱਕ ਪੂਰੇ ਨਹੀਂ ਹੋਏ ਤੇ ਹੁਣ ਵੀ ਜ਼ੁਬਾਨੀ ਲੋਕਾਂ ਨੂੰ ਕਹਿ ਰਿਹਾ ਤੇ ਕੋਈ ਉਹਦੇ 'ਚ ਇਹਨਾਂ ਨੇ ਕੋਈ ਸਰਕਾਰ ਵੱਲੋਂ ਉਪਰਾਲਾ ਨਹੀਂ। ਮੈਂ ਮੰਗ ਕਰਦਾ ਸਰਕਾਰ ਤੋਂ, ਮੈਂ ਇੱਕ ਗੱਲ ਦੀ ਬੜੀ ਕਲੀਅਰ ਸਾਡੀ ਡਿਮਾਂਡ ਹੈ ਕਿ ਜਿੰਨੇ ਨੌਜਵਾਨ ਪਿੰਡਾਂ ਦੇ ਵਿੱਚ ਕੰਮ ਕਰਦੇ ਆ, ਆਪਦਾ ਝੋਨਾ ਲਾਉਂਦੇ ਆ, ਐਗਰੀਕਲਚਰ ਸੰਦਾਂ ਤੇ, ਐਗਰੀਕਲਚਰ ਇੰਪਲੀਮੈਂਟਸ ਤੇ ਨੌਜਵਾਨਾਂ ਦੀਆਂ ਸੁਸਾਇਟੀਆਂ ਨੂੰ ਸਰਕਾਰ ਵੱਲੋਂ 90% ਸਬਸਿਡੀ ਦੇਣੀ ਚਾਹੀਦੀ ਹੈ। ਇਹਦੇ ਨਾਲ ਨੌਜਵਾਨ ਹੋਰ ਵੀ ਇਨਕਰੇਜ ਹੋਣਗੇ। ਉਹ ਵੀ ਸਰਕਾਰ ਕਹਿ ਦੇਗੀ। ਫਿਰ ਸਾਲ ਰਹਿ ਗਿਆ ਜੀ, ਇੱਥੇ ਤਾਂ ਪਬਲਿਕ ਹੈ, ਇਹ ਸਭ ਜਾਣਤੀ ਹੈ। ਆਪੇ ਕਹਿਣਾ ਸਰਕਾਰ ਕਹਿ ਦਿੰਦੀ ਹੈ ਤਾਂ ਉਹ ਵੀ ਸਰਕਾਰ ਕਹਿ ਦੇਗੀ, ਕੋਈ ਗੱਲ ਨਹੀਂ 90% ਦੇ ਦੇਣਗੇ ਜੀ। ਮੈਂ ਉਹੀ ਗੱਲ ਕਰ ਰਿਹਾ, ਜ਼ੁਬਾਨੀ ਕਲਾਮੀ ਤਾਂ ਕਹਿ ਦੇਣਗੇ, ਬਿਲਕੁਲ ਠੀਕ ਹੋ ਤੁਸੀਂ, ਪਰ 1.5 ਸਾਲ ਬਾਅਦ ਇਹਨਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਹੀ ਆ ਕੇ ਜਵਾਬ ਦੇਣਾ ਪਊਗਾ। ਫਿਰ ਇਹ ਲੋਕ ਬਹੁਤ ਕੁਝ ਕਹਿਣਗੇ ਸਰਕਾਰ ਨੂੰ ਤੇ ਉਹ ਸੁਣਨਾ ਔਖਾ ਹੋ ਜਾਣਾ ਸਰਕਾਰ ਦੇ। ਕਿਸਾਨੀ ਵਾਸਤੇ ਪੰਜਾਬ ਸਰਕਾਰ ਬਹੁਤ ਚਿੰਤਿਤ ਆ। ਉਹਨਾਂ ਨੇ ਕਿਹਾ ਕਿ MSP ਦੇ ਰੇਟ ਤਬਾਹ ਕਰ ਰਹੀ ਹੈ ਤੇ ਉਹਦੇ ਵਾਸਤੇ ਹੁਣ ਨਰਿੰਦਰ ਮੋਦੀ ਦੇ ਘਰ ਦਾ ਘਿਰਾਵ ਜਿਹੜਾ ਕਾਂਗਰਸ ਵੱਲੋਂ ਕੀਤਾ ਜਾਏਗਾ। ਦੋ ਗੱਲਾਂ ਜੀ, MSP ਦੀ ਜਿਹੜੀ ਗੱਲ ਹੈ ਜਿੰਨੀ ਵੱਧ ਜੇ, ਮੈਂ ਕਹਿਣਾ ਚਾਹੇ ਹੁਣ ਜਿੰਨੀ ਵਧੀ ਹੈ ਇਹ ਆਪਟੀਮਮ ਨਹੀਂ ਹੈ, ਇਦੋਂ ਵੱਧ ਮਿਲਣੀ ਚਾਹੀਦੀ ਹੈ ਜ਼ਿਮੀਂਦਾਰ ਨੂੰ। ਜਿੰਨੀ ਵੱਧ ਮਿਲ ਜੇ ਉਨੀ ਘੱਟ ਹੈ ਕਿਸਾਨ ਵਾਸਤੇ। ਤਾਂ ਜੇ ਉਹ ਪ੍ਰਾਈਮ ਮਿਨਿਸਟਰ ਦੇ ਘਰ ਦੀ ਘਰਾਓ ਦੀ ਗੱਲ ਕਰਦੇ, ਪਹਿਲਾਂ ਆਪਦੇ ਪੀੜੇ ਥੱਲੇ ਸੋਟਾ ਮਾਰ। ਕੀ ਕਿਸਾਨ ਵਿਰੋਧੀ ਫੈਸਲੇ 3.5 ਸਾਲ ਦੇ ਵਿੱਚ ਹਰ ਇੱਕ ਫੈਸਲਾ ਜਿਹੜਾ ਉਹ ਕਿਸਾਨ ਵਿਰੋਧੀ ਇਹ ਸਰਕਾਰ ਨੇ ਕੀਤਾ ਹੈ। ਕਿਸਾਨ ਦਾ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਕਿਸਾਨ ਨੂੰ 20,000 ਰੁਪਇਆ ਪ੍ਰਤੀ ਏਕੜ ਕੰਪਨਸੇਸ਼ਨ ਦੇਣ ਦੀ ਗੱਲ ਕੀਤੀ ਸੀ, ਕਿਸਾਨਾਂ ਨੂੰ ਹੋਰ ਅਨੇਕਾਂ ਵਾਅਦੇ ਨੌਜਵਾਨਾਂ ਨੂੰ ਕੀਤੇ ਸੀ, ਘਰ ਘਰ ਨੌਕਰੀ ਦੇ ਕੀਤੇ ਸੀ, ਉਹ ਵੀ ਕਿਸਾਨਾਂ ਨੇ। ਕੇਂਦਰ ਸਰਕਾਰ ਨੇ ਬੋਝ ਹੀ ਬਹੁਤ ਜ਼ਿਆਦਾ ਪਾ ਦਿੱਤਾ ਜਿਸ ਕਰਕੇ ਜਿਹੜੇ ਹੈਗੇ ਕਈ ਸੁਪਨੇ ਪੂਰੇ ਨਹੀਂ ਹੋ ਸਕੇ। ਕਾਹਦਾ ਬੋਝ ਕੇਂਦਰ ਸਰਕਾਰ ਨੇ ਸੂਬੇ ਦੀ? ਸਭ ਤੋਂ ਪਹਿਲਾਂ ਤੇ ਤੇਲ ਦੀਆਂ ਕੀਮਤਾਂ ਹੁਣ ਵੱਧ ਗਈਆਂ, ਕਿਸਾਨਾਂ ਵਾਸਤੇ ਬੜੀ ਮੁਸ਼ਕਲ ਹੋ ਗਈ। ਇਸ ਤੋਂ ਬਾਅਦ ਸਾਡਾ ਜਿਹੜਾ ਆਪਣਾ ਪੈਸਾ ਸੀਗਾ ਉਹ ਕੇਂਦਰ ਸਰਕਾਰ ਨੇ ਨਹੀਂ ਦਿੱਤਾ, ਜਿਹਦੇ ਕਰਕੇ ਸਾਨੂੰ ਦਿੱਕਤ ਆ ਰਹੀ। ਸੁਮਿਤ ਜੀ, ਤੁਸੀਂ ਇੱਕ ਚੀਜ਼ ਤੁਹਾਡੇ ਕੋਲੇ ਟਿਪਸ ਤੇ ਹੈ। ਜਿੱਥੋਂ ਤੱਕ ਕੇਂਦਰ ਵੱਲੋਂ ਬੋਝ ਪਾਉਣ ਦੀ ਗੱਲ ਹੈ, GST ਜਿਹੜਾ ਸੂਬੇ ਦਾ ਜਿਹੜਾ ਮਿਲਦਾ ਹੈ ਉਹ ਸੂਬੇ ਨੂੰ ਸਮੇਂ-ਸਮੇਂ ਸਿਰ ਕਿਸ਼ਤਾਂ ਰਾਹੀਂ ਆਉਂਦਾ ਹੈ। ਪਰ ਇਸ ਮਹਾਮਾਰੀ ਦੌਰਾਨ ਉਸ ਸਟੇਟ ਦੇ ਰਾਈਟ ਤੋਂ ਇਲਾਵਾ ਸਟੇਟ ਦੀ 1.5 ਕਰੋੜ ਆਬਾਦੀ ਨੂੰ, 1 ਕਰੋੜ 41 ਲੱਖ ਆਬਾਦੀ ਵਾਸਤੇ ਇੱਕ ਸਪੈਸ਼ਲ ਰਾਸ਼ਨ 3 ਮਹੀਨਿਆਂ ਦਾ ਕੇਂਦਰ ਦੀ ਸਰਕਾਰ ਨੇ ਮੁਫਤ ਭੇਜਿਆ। ਕੇਂਦਰ ਦੀ ਸਰਕਾਰ ਨੇ ਕੋਵਿਡ ਦੀ ਲੜਾਈ ਵਾਸਤੇ 112 ਕਰੋੜ ਵੱਖਰਾ ਭੇਜਿਆ। ਕੇਂਦਰ ਦੀ ਸਰਕਾਰ ਨੇ ਸਟੇਟ ਡਿਜ਼ਾਸਟਰ ਰਿਲੀਫ ਫੰਡ ਵਾਸਤੇ 250 ਕਰੋੜ ਵੱਖਰਾ ਭੇਜਿਆ, ਜਿਹਦੀ ਹਜੇ ਤੱਕ ਯੂਟਿਲਾਈਜੇਸ਼ਨ ਇਸ ਸਰਕਾਰ ਨੇ ਕੀਤੀ ਨਹੀਂ, ਰੱਖੀ ਬੈਠੇ ਆ। ਤੇ ਕੇਂਦਰ ਸਰਕਾਰ ਤੇ ਕੀ ਗੱਲ ਕਰਦੇ ਆ? ਜਿੱਥੋਂ ਤੱਕ ਤੇਲ ਦੀਆਂ ਕੀਮਤਾਂ ਦੀ ਗੱਲ ਹੈ, ਕੱਲ ਵੈਟ ਵਧਾ ਕੇ ਹਟਿਆ ਪੈਟਰੋਲ ਤੇ ਡੀਜ਼ਲ ਤੇ, ਆਪਦਾ ਵੈਟ ਘੱਟ ਕਰਨ। ਸੂਬੇ ਆਪਣੇ ਹਿੰਦੁਸਤਾਨ ਦੇ ਵਿੱਚ
ਜੇ ਸਭ ਤੋਂ ਵੱਧ ਸਟੇਟ ਟੈਕਸਸ ਪੈਟਰੋਲ ਤੇ ਡੀਜ਼ਲ ਦੇ ਉੱਤੇ ਹੈ ਤਾਂ ਮਹਾਰਾਸ਼ਟਰ ਤੇ ਪੰਜਾਬ ਦੇ ਵਿੱਚ ਹੈ। ਸਰ ਹੁਣ ਇਹ ਜਿਹੜੀ ਮਸ਼ੀਨਾਂ ਦੀ ਮੁਹਿੰਮ ਹੈ ਕਿਆ ਇਕੱਲੇ ਇੱਕ ਹਲਕੇ ਤੱਕ ਸੀਮਿਤ ਰਹੇਗੀ ਕਿ ਥੱਲੇ ਹੋਰ ਵੀ ਚਲਾਈਆਂ ਜਾਣਗੀਆਂ? ਨਹੀਂ, ਜਿੰਨੀ ਸਾਡੀ ਸਮਰੱਥਾ ਹੋਈ, ਜਿੱਥੇ ਜਿੱਥੇ ਨੌਜਵਾਨ ਹੈ ਅੱਗੇ ਆ ਕੇ ਉਦਮ ਕਰਨਗੇ, ਪਹਿਲ ਕਦਮੀ ਕਰਨਗੇ, ਹੱਥੀਂ ਕੰਮ ਕਰਨ ਦਾ ਸ਼ੁਰੂਆਤ ਕਰਨਗੇ, ਯੂਥ ਅਕਾਲੀ ਦਲ ਹਰ ਥਾਂ ਤੇ ਨੌਜਵਾਨਾਂ ਦੇ ਨਾਲ ਖੜੀ ਹੋਊਗੀ। ਹਾਲੇ ਡਿਮਾਂਡ ਹੋ ਰਹੀਆਂ ਜੀ ਇਸ ਤਰ੍ਹਾਂ ਮਸ਼ੀਨਾਂ ਦੀ, ਕਿਉਂਕਿ ਇਸ ਵਾਰ ਪੰਜਾਬੀ ਖੇਤ 'ਚ ਉਤਰਿਆ। ਨਹੀਂ, ਹਜੇ ਤੱਕ ਨਹੀਂ ਆਈ। ਇਹ ਅੱਜ ਪਹਿਲੇ ਦਿਨ ਰਣੀਕੇ ਸਾਹਿਬ ਦੇ ਹਲਕੇ ਤੋਂ ਸ਼ੁਰੂਆਤ ਕੀਤੀ ਹੈ। ਜਿੱਥੇ ਜਿੱਥੇ ਤੁਹਾਨੂੰ ਇਹਨਾਂ ਨੇ ਵੀ ਡਿਮਾਂਡ ਨਹੀਂ ਕੀਤੀ ਸੀ। ਦੇਖੋ, ਐਵੇਂ ਮੈਂ ਕਹਾਂ, ਨੌਜਵਾਨ ਸਾਰੇ ਭਰਾ ਖੜੇ ਆ, ਕੋਈ ਇਹਨਾਂ ਵੱਲੋਂ ਮੰਗ ਨਹੀਂ ਸੀ। ਇਹਨਾਂ ਨੇ ਤਾਂ ਆਪਦੀ ਖੇਤੀ, ਆਪਦਾ ਕੰਮ ਆਪ ਸ਼ੁਰੂ ਕੀਤਾ ਸੀ। ਇਹ ਤਾਂ ਇਹਨਾਂ ਨੂੰ ਵੇਖ ਕੇ ਅਸੀਂ ਪ੍ਰੇਰਿਤ ਹੋਏ ਆ ਕਿ ਸਾਨੂੰ ਵੀ ਕੋਈ ਨਾ ਕੋਈ ਯੋਗਦਾਨ ਇਹਨਾਂ ਦੇ ਨਾਲ ਪਾਉਣਾ ਚਾਹੀਦਾ, ਅਸੀਂ ਆਪ ਦੇਣਾ ਹੈ। ਸਮਝਦੇ ਹੋ ਕਿ ਇਸ ਵਕਤ ਕਿਸਾਨੀ ਨੂੰ ਲੋੜ ਹੈ ਕਿ ਸਰਕਾਰਾਂ ਤੇ ਹੋਰ ਵੀ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਅੱਗੇ ਆਉਣ ਤਾਂ ਕਿ ਕਿਸਾਨੀ ਨੂੰ ਬਚਾਇਆ ਜਾ ਸਕੇ? ਮੈਂ ਤਾਂ ਇਹ ਕਹਿ ਰਿਹਾ ਜੀ ਕਿ ਜਿੱਥੇ ਵੀ ਕਿਸਾਨ ਦੀ ਮਦਦ, ਚਾਹੇ ਉਹ ਸਰਕਾਰ ਹੈ, ਚਾਹੇ ਪਾਰਟੀਆਂ ਹੈ, ਚਾਹੇ NGOs ਹੈ, ਜਿਹੜਾ ਵੀ ਕਿਸਾਨ ਦੀ ਕੋਈ ਵੀ ਮਦਦ ਅੱਜ ਕਰ ਸਕਦਾ ਹੈ। ਇਸ ਕਿਸਾਨ ਨੇ ਆਪਦਾ ਢਿੱਡ ਬੰਨ ਕੇ ਲੋਕਾਂ ਦੇ ਢਿੱਡ ਭਰੇ ਆ। ਅੱਜ ਲੋੜ ਹੈ ਇਹਨਾਂ ਅੱਗੇ ਆ ਕੇ ਇਹਨਾਂ ਦੀ ਮਦਦ ਕਰੀਏ। ਆਖਰੀ ਸਵਾਲ ਮੈਂ ਕੋਵਿਡ-19 ਤੇ ਲੈਣਾ ਚਾਹਾਂਗਾ ਕਿ ਕੋਵਿਡ-19 ਨਾਲ ਅੰਮ੍ਰਿਤਸਰ ਦੇ ਵਿੱਚ ਕਾਫੀ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ 24 ਤੱਕ ਦਾ ਆંકੜਾ ਪਹੁੰਚ ਗਿਆ। ਬੜੀ ਦੁੱਖ ਦੀ ਗੱਲ ਹੈ ਸੁਮਿਤ ਜੀ, ਮੌਤ ਤਾਂ ਇੱਕ ਵੀ ਹੋ ਜੇ, ਜਿਸ ਪਰਿਵਾਰ ਦਾ ਕੋਈ ਜੀ ਜਾਂਦਾ ਹੈ ਉਹ ਪਰਿਵਾਰ ਜਾਣਦਾ। ਬੜੀ ਦੁੱਖ ਦੀ ਗੱਲ ਹੈ ਜਿਹੜੀਆਂ ਮੌਤਾਂ ਦਾ ਅੰਕੜਾ ਅੱਗੇ ਵਧ ਰਿਹਾ। ਇਹ ਤਾਂ ਸੂਬੇ ਦੀ ਸਰਕਾਰ ਨੂੰ ਚਾਹੀਦਾ ਹੈ। ਦੇਖੋ, ਬੜੇ ਨੀ-ਜਰਕ ਰਿਐਕਸ਼ਨਸ, ਕਦੇ ਲੋਕਡਾਊਨ ਖੋਲਤਾ, ਕਦੇ ਸ਼ਨੀਚਰ ਐਤਵਾਰ ਲੋਕਡਾਊਨ ਲਾਤਾ। ਇਹ ਸਰਕਾਰ ਨੂੰ, ਜਿਵੇਂ ਅੰਗਰੇਜ਼ੀ ਚ ਕਹਿ ਦਿੰਦੇ, ਲੈਫਟ ਹੈਂਡ ਡਜ਼ਨਟ ਨੋ ਵਾਟ ਦ ਰਾਈਟ ਇਜ਼ ਡੂਇੰਗ। ਪਰ ਸਰਕਾਰ ਕਹਿੰਦੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਤੇ ਫਿਰ ਸਰਕਾਰ ਕਾਹਦੇ ਵਾਸਤੇ ਜੀ? ਆਪਾਂ ਨੁਮਾਇੰਦੇ ਕਿਉਂ ਚੁਣਦੇ ਹਾਂ ਕਿ ਜਦੋਂ ਕਿਤੇ ਸੰਕਟ ਦੀ ਘੜੀ ਆਈ, ਅੱਗੇ ਹੋ ਕੇ ਸਾਡੇ ਨਾਲ ਖੜਨਗੇ, ਸਾਡੀ ਲੜਾਈ ਲੜਨਗੇ, ਸਾਡੇ ਮਸਲੇ ਹੱਲ ਕਰਨਗੇ। ਜੇ ਸਵਾਰੀ ਆਪ ਸਮਾਨ ਦੀ ਜ਼ਿੰਮੇਵਾਰ ਹੋਣੀ ਹੈ, ਫਿਰ ਸਰਕਾਰਾਂ ਤੋਂ ਕੀ ਕਰਾਉਣਾ? ਫਿਰ ਇਹਨਾਂ ਨੂੰ ਕੁਰਸੀਆਂ ਤੇ ਬਿਠਾ ਕੇ ਤੇ ਆਨੰਦ ਮਾਣਨ ਵਾਸਤੇ ਤਾਂ ਬਿਠਾਇਆ ਨਹੀਂ ਇਹਨਾਂ ਨੂੰ। ਲੋਕਾਂ ਦੀ ਲੜਾਈ ਲੜਾਂਗੇ। ਜੋ ਸਰਕਾਰ ਦੀਆਂ ਨਾਕਾਮੀਆਂ ਇਸ ਮਹਾਮਾਰੀ ਦੌਰਾਨ, ਉਹ ਲੋਕਾਂ ਤੱਕ ਉਜਾਗਰ ਕਰਕੇ ਇਸ ਸਰਕਾਰ ਨੂੰ ਕਟਹਿਰੇ ਵਿੱਚ ਖੜੇ ਕਰਾਂਗੇ। ਅਸੀਂ ਬੰਟੀ ਰੋਮਾਣਾ ਜੀ, ਜਿਨ੍ਹਾਂ ਨੇ ਅੱਜ ਇੱਕ ਮਸ਼ੀਨ ਜਿਹੜੀ ਹੈ ਕਿਸਾਨਾਂ ਵਾਸਤੇ ਭੇਟ ਕੀਤੀ ਹੈ ਤੇ ਉਹਨਾਂ ਦਾ ਆਖਣਾ ਹੈ ਕਿ ਕੋਵਿਡ-19 ਨੂੰ ਲੈ ਕੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਸਰਕਾਰ ਇਹਦੇ ਵਾਸਤੇ ਜ਼ਿੰਮੇਵਾਰ ਹੈ ਅਤੇ ਉਹਨਾਂ ਨੇ ਕਿਹਾ ਕਿ ਕਿਸਾਨੀ ਨੂੰ ਉੱਤੇ ਚੁੱਕਣ ਵਾਸਤੇ ਕੋਈ ਵੀ ਉਹਨਾਂ ਨੂੰ ਕੰਮ ਕਰਨਾ ਪਿਆ ਤਾਂ ਜ਼ਰੂਰ ਕਰਨਗੇ। ਤੇ ਮਸ਼ੀਨਾਂ ਜਿਹੜੀਆਂ ਨੇ ਉਹਨੂੰ ਅਗਰ ਪੰਜਾਬ ਦੇ ਹਰ ਸੂਬੇ 'ਚ ਅਗਰ ਲੋੜ ਪਈ ਤਾਂ ਉਹ ਦੇਣ ਨੂੰ ਤਿਆਰ ਹੈ। ਲੇਕਿਨ ਨਾਲ ਹੀ ਨਾਲ ਉਹਨਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਜੋ ਖੇਤੀ ਦੇ ਸਾਧਨ ਨੇ, ਜਿਹੜੀਆਂ ਸੰਦਾਂ ਨੇ, ਉਹਦਾ ਦੇ ਉੱਤੇ 90% ਛੂਟ ਦੇਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਕਿਸਾਨ ਖੇਤੀ ਵੱਲ ਪ੍ਰੇਰਿਤ ਹੋਵੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।